ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਗੱਲਬਾਤ ਜਿਹੜੀ ਉਹ ਕਰਾਂਗੇ ਜਿਹੜਾ PSPCL ਹੈ ਉਹਦੇ ਵਿੱਚ ਜਿਹੜੇ ਲੋਕਾਂ ਦੀ ਜੌਬ ਦੇ ਉੱਤੇ ਡੈਥ ਹੋ ਜਾਂਦੀ ਆ ਉਹਨਾਂ ਨੂੰ ਤਰਸ ਦੇ ਆਧਾਰ ਦੇ ਉੱਤੇ ਜਿਹੜਾ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਨੇ ਉਹਨਾਂ ਨੂੰ ਕਿਵੇਂ ਖੱਜਲ ਕੀਤਾ ਜਾ ਰਿਹਾ ਪਿਛਲੇ ਸਮੇਂ ਤੋਂ। ਜਦੋਂ ਸਰਕਾਰ ਨੇ ਆਪਣਿਆਂ ਨੂੰ ਕਿਸੇ ਨੂੰ ਨੌਕਰੀ ਦੇਣੀ ਆ ਫਿਰ ਉਹ ਤੀਜੀ ਪੀੜ੍ਹੀ ਵੀ ਲੱਭ ਲੈਂਦੀ ਹੈ ਕਿ ਇਹਨਾਂ ਦੇ ਦਾਦੇ ਦੀ ਡੈਥ ਹੋਈ ਸੀਗੀ। ਉਹ 2 MLAs ਦੇ ਬਾਰੇ 'ਚ ਆਪਾਂ ਦੇਖਿਆ ਕਿ ਉਹ ਕਿਵੇਂ ਘਰ ਘਰ ਨੌਕਰੀ ਜਿਹੜੀ ਉਹ ਤੁੰਨੀ ਜਾ ਰਹੀ ਹੈ। ਇਹ ਜਿਹੜੇ ਲੋਕ ਨੇ ਪਿਛਲੇ ਕਿੰਨੇ ਲੰਮੇ ਸਮੇਂ ਤੋਂ ਖੱਜਲ ਹੋ ਰਹੇ ਨੇ ਉਹਦੇ ਬਾਰੇ ਦੇ ਵਿੱਚ ਕਰਨਦੀਪ ਸਿੰਘ ਹੁਰੀ ਨੇ ਇਹ ਜਿਹੜੇ 71 ਨੇ ਸਾਰੇ ਇਕੱਠੇ ਨੇ ਇਹ ਹੋਏ ਜਿਹੜੇ ਪੂਰੇ ਪੰਜਾਬ ਦੇ ਵਿੱਚੋਂ ਇਹ ਉਹ ਪਰਿਵਾਰਾਂ ਦੇ ਮੈਂਬਰ ਨੇ ਜਿਨ੍ਹਾਂ ਦੇ ਘਰ ਦਾ ਕੋਈ ਨਾ ਕੋਈ ਮੈਂਬਰ ਜਿਹੜਾ ਉਹ ਜੌਬ ਦੇ ਦੌਰਾਨ ਉਹਦੀ ਕਿਸੇ ਨਾ ਕਿਸੇ ਹਾਦਸੇ ਦੀ ਵਜ੍ਹਾ ਕਰਕੇ ਮੌਤ ਹੋਈ ਆ ਔਰ ਉਹ ਤਰਸ ਦੇ ਆਧਾਰ ਦੇ ਉੱਤੇ ਇਹ ਕਹਿ ਰਿਹਾ ਕਿ ਉਹਨਾਂ ਦੀ ਜਗ੍ਹਾ ਦੇ ਉੱਤੇ ਕਿਸੇ ਨੂੰ ਨੌਕਰੀ ਦੇ ਦਿੱਤੀ ਜਾਵੇ। ਕਰਨਦੀਪ, ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਕਿੰਨੇ ਇਸ ਤਰ੍ਹਾਂ ਦੇ ਮੈਂਬਰ ਨੇ ਔਰ ਜਿਹੜੀ ਇਹ ਤੁਸੀਂ ਯੂਨਾਈਟ ਹੋਏ ਹੋ, ਜਿਹੜੀ ਜਥੇਬੰਦੀ ਹੋਈ ਆ, ਕਿੰਨੀ ਦੇਰ ਤੋਂ ਤੁਸੀਂ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਜਿਹੜੀ ਬਣਦੀ ਹੈ ਤੇ ਕਿਉਂ ਬਣਦੀ ਹੈ? ਸਰ, ਅਸੀਂ ਟੋਟਲ ਇਸ ਟਾਈਮ ਜਿਹੜੇ ਸਾਡੇ ਟੋਟਲ ਜਿਹੜੇ ਔਨ ਰਿਕਾਰਡ ਜਿਹੜਾ ਬੋਲਦਾ ਜੀ 6100 ਕੁਝ ਬੰਦਾ ਬੋਲਦਾ ਜੀ 6140 ਪਲੱਸ ਕੇਸ ਨੇ ਤੇ ਜਿੰਦੇ ਵਿੱਚੋਂ ਅਸੀਂ ਜਿਹੜੀ ਮ੍ਰਿਤਕ ਆਸ਼ਰਤ ਸੰਘਰਸ਼ ਕਮੇਟੀ ਆ ਤਾਂ ਕੰਮ ਕਰ ਰਹੀ ਹੈ, ਜਿਹੜੀ ਸਰਕਾਰ ਦੇ ਅਗੇਂਸਟ ਉਹਨਾਂ ਤੱਕ ਆਵਾਜ਼ ਪਹੁੰਚਾਉਣ ਲਈ ਕੋਸ਼ਿਸ਼ ਕਰ ਰਹੀ ਹੈ। ਉਹ ਤਕਰੀਬਨ 1500 ਤੋਂ ਲੈ ਕੇ 2000 ਦੇ ਵਿੱਚ ਬੰਦਾ ਹੈ ਜੀ, ਜਿਹੜਾ ਅਸੀਂ ਲਗਾਤਾਰ ਮਤਲਬ ਜ਼ਿਆਦਾ ਪ੍ਰੋਟੈਸਟ ਕਰਦੇ ਜਾ ਰਹੇ ਹਾਂ। ਸਰ, ਮੇਜਰਲੀ ਜਿਹੜਾ ਇਹ ਸਾਡਾ ਪ੍ਰੋਟੈਸਟ ਜਿਹੜਾ ਹੈ 2003 ਚ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸੀਗੀ। ਇਹਨਾਂ ਨੇ 2004 ਦੇ ਵਿੱਚ ਇੱਕ ਪਾਲਿਸੀ ਬਣਾਈ ਸੀ, ਉਹਦੇ ਅਗੇਂਸਟ 2004 ਤੋਂ ਹੀ ਚੱਲਦਾ ਆ ਰਿਹਾ, ਪਰ ਅਸੀਂ ਜਿਹੜੇ ਇਹ ਪ੍ਰੋਟੈਸਟ ਦੇ ਵਿੱਚ 2018 ਤੋਂ ਜੁੜੇ ਹਾਂ ਜੀ ਤੇ ਉਸ ਤੋਂ ਬਾਅਦ ਲਗਾਤਾਰ ਹੀ ਅਸੀਂ ਮਤਲਬ ਐਕਟਿਵ ਹਾਂ ਇਸ ਦੇ ਵਿੱਚ। ਅਸੀਂ ਪੂਰੇ ਆਲ ਓਵਰ ਪੰਜਾਬ ਦੇ ਵਿੱਚ ਹਰੇਕ MLA ਹਰੇਕ MP ਨੂੰ ਅਸੀਂ ਆਦਾ ਮੰਗ ਪੱਤਰ ਸੌਂਪ ਚੁੱਕੇ ਹਾਂ। ਈਵਨ ਕਿ ਬਹੁਤ ਵਾਰ ਸਾਡੇ ਪਰਸਨਸ ਨੇ ਜਿਨ੍ਹਾਂ ਨੇ ਪ੍ਰੋਟੈਸਟ ਵੀ ਕੀਤਾ ਹੈ। ਪਹਿਲਾ ਦਸੰਬਰ ਮਹੀਨੇ ਦੇ ਵਿੱਚ 10 ਦਿਨ ਪੂਰੀ ਕੜਕਦੀ ਠੰਡ ਦੇ ਵਿੱਚ ਉਹ ਜਿਹੜੇ ਸਾਡੇ ਮੈਂਬਰ ਨੇ ਉਹ ਟੈਂਕੀ ਤੇ ਰਹੇ, ਪੂਰਾ ਪ੍ਰੋਟੈਸਟ ਕੀਤਾ। ਫਿਰ ਅਪ੍ਰੈਲ ਦੇ ਵਿੱਚ 17 ਦਿਨ ਅਸੀਂ ਟੈਂਕੀ ਤੇ ਬਿਤਾਏ। ਉੱਥੇ ਪਟਿਆਲੇ ਦੇ ਵਿੱਚ ਤਾਂ ਅਸੀਂ ਫੇਮਸ ਹੀ ਟੈਂਕੀ ਵਾਲੇ ਦੇ ਨਾਮ ਤੇ ਹੋ ਗਏ। ਸਾਨੂੰ ਬਿਜਲੀ ਬੋਰਡ ਲੱਗਦਾ ਕੋਈ ਕਿਸੇ ਨੇ ਕੀ ਕਹਿਣਾ ਸੀਗਾ, ਅਸੀਂ ਟੈਂਕੀਆਂ ਵਾਲੇ ਵੱਜਣ ਲੱਗ ਗਏ ਜੀ ਹੁਣ ਉੱਥੇ। ਤੇ ਅਸੀਂ ਕੱਲ ਵੀ ਇੱਕ ਪ੍ਰੋਟੈਸਟ ਕਰਕੇ ਆਏ ਹਾਂ ਜਿਹਦੇ ਵਿੱਚ ਸਾਨੂੰ 6 ਤਾਰੀਖ ਦੀ ਮਤਲਬ ਕਿ ਸਾਡੀ ਅਸੀਂ ਮੰਗ ਕੀਤੀ ਸੀ ਵੀ ਸਾਨੂੰ ਸਾਡਾ ਜਿਹੜਾ ਬਿਜਲੀ ਮੰਤਰੀ ਨੇ ਉਹਨਾਂ ਨੂੰ ਮਿਲਾਇਆ ਜਾਵੇ। ਤੇ ਸਾਨੂੰ ਫਿਰ ਵੀ ਇੱਕ ਜਿਹੜੀ ਮੀਟਿੰਗ ਮਿਲੀ ਹੈ ਜੀ 6 ਤਾਰੀਖ ਦੀ ਮਿਲੀ ਹੈ ਤੇ ਉਹ ਸਿਰਫ OSD ਸਾਹਿਬ ਨਾਲ ਮਿਲੀ ਹੈ, ਕਿਉਂਕਿ ਬਿਜਲੀ ਵਿਭਾਗ ਜਿਹੜਾ ਹੈ ਕੈਪਟਨ ਸਾਹਿਬ ਦੇ ਖੁਦ ਆਪ ਸੰਭਾਲਿਆ ਹੈ। ਉਹ ਕਿਸੇ ਨੂੰ ਮਿਲਦੇ ਨਹੀਂ। ਹਾਂਜੀ, ਉਹ ਘੱਟ ਹੀ ਮਿਲਦੇ ਹੀ ਨਹੀਂ। ਜਿਹੜਾ ਗਰਾਊਂਡ ਹੈ ਤੁਹਾਡਾ ਇਹ ਮੰਗ ਕਰਨ ਦਾ ਕਿ ਜਿਹੜੇ ਤੁਹਾਡੇ ਪਰਿਵਾਰਾਂ ਦੇ ਮੈਂਬਰ ਨੇ ਜਿਨ੍ਹਾਂ ਦੀ ਹਾਦਸੇ ਦੇ ਵਿੱਚ ਕਿਸੇ ਨਾ ਕਿਸੇ ਜੌਬ ਉਹਨਾਂ ਦੀ ਜਾਨ ਗਈ ਆ, ਮਤਲਬ ਕਿ ਡਿਊਟੀ ਦੇ ਉੱਤੇ ਜਾਨ ਗਈ ਆ, ਉਹਨਾਂ ਪਰਿਵਾਰਾਂ ਦੇ ਮੈਂਬਰ ਨੇ ਨਾ ਇਹ ਸਾਰੇ? ਹਾਂਜੀ, ਸਾਡੇ ਸਾਥ ਜਿਹੜੇ ਪਰਿਵਾਰ ਨੇ ਔਨ ਡਿਊਟੀ ਇਹਨਾਂ ਦੀ ਡੈਥ ਹੋਈ ਹੈ ਸਾਰੇ। ਕੁਝ ਕੋਈ ਬੱਚੇ ਨੇ ਜਿਨ੍ਹਾਂ ਦੀ ਮਦਰ ਦੀ ਡੈਥ ਹੋਈ, ਕੁਝ ਬੱਚੇ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ। ਅੱਛਾ, ਉਹ ਹੈਗੇ ਮਹਿਕਮੇ ਦੇ ਵਿੱਚ ਹੀ ਸੀ ਸਰ ਜਿਨ੍ਹਾਂ ਦੀ? ਹਾਂਜੀ, ਸਾਰੇ ਹਾਂਜੀ ਮਹਿਕਮੇ ਦੇ ਵਿੱਚ ਹੀ ਸੀਗੇ। ਤੁਸੀਂ ਇਹਦੇ ਵਾਸਤੇ ਗਰਾਊਂਡ ਕੀ ਜਿਹੜੀ ਦਿੰਦੇ ਹੋ, ਜਿਹੜੀ ਮੰਗ ਕਰ ਰਹੇ ਆ ਕਿ ਕਿਉਂ ਤੁਹਾਡੇ ਪਰਿਵਾਰਾਂ ਦੇ ਵਿੱਚੋਂ ਕਿਸੇ ਮੈਂਬਰ ਨੂੰ ਇਹ ਨੌਕਰੀ ਦਿੱਤੀ ਜਾਵੇ? ਇਸ ਕਰਕੇ ਕਿ ਉਹ ਹਾਦਸੇ ਦਾ ਕਿਸੇ ਦਾ ਸ਼ਿਕਾਰ ਹੋਇਆ ਜਾਂ ਕੋਈ ਹੋਰ ਗਰਾਊਂਡ ਹੈ? ਸਰ, ਐਕਚੁਅਲ 'ਚ ਕੀ ਹੈ ਜੀ, ਜਿਹੜਾ ਪੰਜਾਬ ਸਰਕਾਰ ਦਾ ਰੂਲ ਹੈ ਜੋ ਮਰਜ਼ੀ ਡਿਪਾਰਟਮੈਂਟ ਹੈ, ਚਾਹੇ ਪੁਲਿਸ ਡਿਪਾਰਟਮੈਂਟ ਜਾਂ ਟੀਚਰ ਡਿਪਾਰਟਮੈਂਟ, ਈਵਨ ਕਿ ਸਾਡੇ ਵਾਲੇ ਡਿਪਾਰਟਮੈਂਟ ਦੇ ਵਿੱਚ ਜਦੋਂ ਸਾਡੇ ਫਾਦਰ ਸਾਹਿਬ ਵਰਕਿੰਗ ਦੇ ਵਿੱਚ ਸੀ, ਉਹ ਵੀ ਪੰਜਾਬ ਲੈਵਲ ਤੇ ਇੱਕ ਜ਼ਿਲ੍ਹਾ ਮਤਲਬ ਕਿ ਕੰਮ ਕਰਦੇ ਸੀ ਲੋਕ ਸੰਗਰਾਮਾਂ 'ਚ। ਉਹਨਾਂ ਨੇ ਵੀ ਬੜੇ ਬੰਦਿਆਂ ਦੀ ਡੈਥ ਕੇਸ ਬੇਸ ਤੇ ਜੁਆਇਨਿੰਗ ਕਰਵਾਈ ਹੈ, ਜਿਹੜੀ ਜਿਨ੍ਹਾਂ ਦੇ ਕਿ ਈਵਨ ਕਿ ਫੋਰਮ ਮੈਂ ਆਪਦੇ ਛੋਟਾ ਹੁੰਦਾ ਆਪਦੇ ਹੱਥੀਂ ਭਰ ਕੇ ਦਿੱਤੇ ਹੋਏ ਨੇ। ਜੇ ਉਹਨਾਂ ਨੂੰ ਮਿਲ ਸਕਦੀਆਂ ਨੇ, ਉਸ ਤੋਂ ਬਾਅਦ ਜੇ ਸਾਡੀ ਵਾਰੀ ਇਹਨਾਂ ਨੇ ਬੰਦ ਕਰਤੀਆਂ 2010 ਤੋਂ ਦੁਬਾਰਾ ਫਿਰ ਸਟਾਰਟ ਕਰ ਦਿੱਤੀਆਂ ਡੈਥ ਕੇਸ ਬੇਸ ਤੇ ਫਿਰ ਸਾਡੇ ਨਾਲ ਇੰਨਾ ਜਿਹੜਾ ਹੈਗਾ ਰੁੱਖਾ ਕਿਉਂ ਮਤਲਬ ਸਵਾਲ ਰੱਖਿਆ ਜਾ ਰਿਹਾ ਹੈ। ਸਾਡੇ ਨਾਲ ਜਿਹੜਾ ਮਤਰੀ ਮਾਲ ਕੁਛ ਵੀ ਕਹਿ ਸਕਦੇ ਆ ਬੋਰਡ ਕਿਉਂ ਐਵੇਂ ਕਰ ਰਿਹਾ ਜੀ। ਅਸੀਂ ਇਸ ਕਰਕੇ ਬੇਸ ਲੈ ਕੇ ਚੱਲਦੇ ਹਾਂ ਵੀ ਜੇ ਸਾਡੇ ਫਾਦਰ ਸਾਹਿਬ ਦੂਜਿਆਂ ਦੇ ਬੱਚਿਆਂ ਨੂੰ ਦਵਾ ਸਕਦੇ ਸੀ ਉਸ ਟਾਈਮ ਦੇ ਵਿੱਚ, ਤੇ ਸਾਡੀ ਵਾਰੀ ਕੋਈ ਵੀ ਨਹੀਂ ਖੜਨ ਵਾਲਾ ਹੈਗਾ ਜੀ। ਪੰਜਾਬ ਸਰਕਾਰ ਸਾਡੇ ਨਾਲ ਵੀ ਉਹ ਸਵਾਲ ਕਰ ਕਿਉਂ ਅਸੀਂ ਪੰਜਾਬ ਦੇ ਵਾਸੀ ਨਹੀਂ ਹੈਗੇ, ਤੇ ਸਾਡਾ ਕੋਈ ਰਾਈਟ ਨਹੀਂ ਬੰਦਾ ਸੀਗਾ ਇਸ ਬੇਸ ਤੇ। ਸਾਡੇ ਵਾਸਤੇ ਤਾਂ ਇੱਕ ਪਾਲਿਸੀ ਇਹਨਾਂ ਨੇ ਲਾਗੂ ਕਰਤੀ ਸੀਗੀ
ਜਦੋਂ ਸਾਡੇ ਵੇਖੋ ਜੀ ਘਰੇ ਜੇ ਪੜ੍ਹੇ ਲਿਖੇ ਹੁੰਦੇ, ਪਾਲਿਸੀਆਂ ਬਾਰੇ ਜਾਣਦੇ ਹੁੰਦੇ ਤੇ ਅਸੀਂ ਆਦੀ ਜਿਹੜੀ ਨੌਲੇਜ ਦੇ ਵਿੱਚ ਹੁੰਦੀ, ਜਦੋਂ ਅਸੀਂ ਹੈਗੇ ਮਾਈਨਰ ਸੀਗੇ, ਮੈਚੋਰ ਹੋਏ, ਜਦੋਂ ਆਦੀ ਏਜ ਦੇ ਵਿੱਚ ਆਏ ਉਦੋਂ ਅਪਲਾਈ ਕੀਤਾ ਤਾਂ ਸਾਨੂੰ ਤਾਂ ਇਹਨਾਂ ਨੇ ਕਹਿਤਾ ਤੁਹਾਡੇ ਵਾਸਤੇ ਪਾਲਿਸੀ ਬਣੀ, ਤੁਸੀਂ ਇਸ ਦੇ ਅੰਡਰ ਆ ਗਏ ਹੋ। ਅਸੀਂ ਲਗਾਤਾਰ ਪ੍ਰੋਟੈਸਟ ਇਸ ਤਰ੍ਹਾਂ ਤੇ ਕਰਦੇ ਵੀ ਉਹ ਪਾਲਿਸੀ ਨੂੰ ਖਤਮ ਕਰਕੇ ਜੋ ਮਤਲਬ ਕਿ ਸਾਡੇ ਕੋਲ ਬੰਦਾ ਤੁਸੀਂ ਲਓ, ਸਾਡੇ ਕੋਲ ਮਤਲਬ ਕਿ ਤੁਸੀਂ ਆਦੀ ਡਾਕੂਮੈਂਟਰੀ ਪੂਰੀ ਕਰੋ ਤੇ ਸਾਨੂੰ ਜੋਬ ਦੇ ਦਿਓ। ਜਿਹੜੀ ਪਾਲਿਸੀ ਹੈ, ਜਿਹੜੀ ਤਰਸ ਦੇ ਆਧਾਰ ਦੇ ਉੱਤੇ ਜਿਹੜੀ ਨੌਕਰੀ ਮਿਲਦੀ ਹੈ, ਕਿ ਜਿਹੜੀ ਪੋਸਟ ਦੇ ਉੱਤੇ ਕਿਸੇ ਵਿਅਕਤੀ ਦੀ ਹਾਦਸੇ ਦੇ ਵਿੱਚ ਡੈਥ ਹੁੰਦੀ ਆ ਉਸੇ ਪੋਸਟ ਦੇ ਉੱਤੇ ਰੱਖਿਆ ਜਾਂਦਾ ਜਾਂ ਕਿਸੇ ਹੋਰ ਪੋਸਟ ਦੇ ਉੱਤੇ? ਸਰ ਇਹਨਾਂ ਦਾ ਦੋ ਕ੍ਰਾਈਟੇਰੀਆ ਹੁੰਦੇ ਨੇ ਜੀ। ਇੱਕ ਤਾਂ ਰੈਂਕ ਹੁੰਦਾ ਜੀ, ਗ੍ਰੇਡ ਹੋ ਗਈ ਜਿਹਨੂੰ ਆਪਾਂ ਕਹਿ ਦਿੰਦੇ ਆ 4 ਗ੍ਰੇਡ, 3rd ਗ੍ਰੇਡ ਜਾਂ 2nd ਗ੍ਰੇਡ ਜਾਂ 1st ਗ੍ਰੇਡ ਦੀ, ਠੀਕ ਹੈ ਜੀ। ਇੱਕ ਤਾਂ ਉਹਨਾਂ ਤੋਂ ਆਪਾਂ ਨਹੀਂ ਜਾਂਦੇ, ਦੂਸਰਾ ਕੁਆਲੀਫਿਕੇਸ਼ਨ ਬੇਸ ਤੇ, ਦੋ ਬੇਸ ਹੁੰਦੇ ਨੇ ਜੀ ਕਿ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ। ਜਿੱਦਾਂ ਮੇਰੇ ਫਾਦਰ ਸਾਹਿਬ ਅਸਿਸਟੈਂਟ ਲਾਈਨਮੈਨ ਦੀ ਪੋਸਟ ਤੇ ਸੀਗੇ ਜੀ, ਤੇ ਹੁਣ ਮੈਨੂੰ ਉਹਦੇ ਤੋਂ ਅੱਪ ਵਾਲੀ ਪੋਸਟ ਨਹੀਂ ਮਿਲ ਸਕਦੀ, ਭਾਵੇਂ ਮੇਰੀ ਜਿਹੜੀ ਇਸ ਟਾਈਮ ਮੈਂ ਫੁੱਲੀ ਕੁਆਲੀਫਾਈਡ ਹੈਗਾ, ਮੇਰੀ ਜਿਹੜੀ ਹੈ ਗ੍ਰੈਜੂਏਸ਼ਨ ਕੀਤੀ ਹੈ, ਪੋਸਟ ਗ੍ਰੈਜੂਏਸ਼ਨ ਕੀਤੀ ਹੈ, ਪਰ ਮੈਨੂੰ ਉਸ ਗ੍ਰੇਡ ਦੇ ਬਰਾਬਰ ਹੀ ਜੋਬ ਮਿਲ ਸਕਦੀ ਹੈ। ਕਿਉਂਕਿ ਜੇ ਮਤਲਬ ਇਹ ਹੈਗਾ ਫੀਲਡ ਚੇਂਜ ਹੋ ਜਾਏਗਾ, ਜੇ ਉਹ ਮਤਲਬ ਕਿ ਫੀਲਡ ਦੇ ਵਿੱਚ ਵਰਕ ਕਰਦੇ ਸੀ ਤੇ ਮੈਨੂੰ ਕਲੈਰੀਕਲ ਸਟਾਫ ਜਾਂ ਕੁਝ ਇੱਧਰ ਵਾਲੀ ਜਿਵੇਂ ਐਜੂਕੇਸ਼ਨ ਬੇਸ ਦੇ ਵਿੱਚ ਮਿਲ ਸਕਦੀ ਹੈ। ਤੇ ਮੋਸਟਲੀ ਜਿਹੜਾ ਹੈਗਾ ਜਿਹੜੇ ਹਾਂਜੀ ਪੂਰੀ ਕਰੋ ਤੁਸੀਂ, ਪੂਰੀ ਕਰੋ ਗੱਲ ਤੁਸੀਂ। ਜਿਹੜੇ ਮਤਲਬ ਕਿ ਜਿਹੜੀ ਮਤਲਬ ਕਿ ਥੋੜੀ ਐਜੂਕੇਸ਼ਨ ਥੱਲੇ ਆ ਜਾਂਦੀ ਹੈ ਜੀ, ਉਹ ਥੱਲੇ ਵਾਲੇ ਗਰਾਊਂਡ ਦੇ ਵਿੱਚ ਆਰਟੀਐਮ ਜਾਂ ਵਗੈਰਾ ਉਹਦੀ ਪੋਸਟ ਦੇ ਦਿੰਦੇ ਨੇ ਜੀ। ਇਦਾਂ ਹੀ ਕਾਇਦਾ ਹੁਣ ਵੀ ਮਿਲ ਰਹੀਆਂ ਨੇ। ਹਾਂ, ਇਹ ਮਤਲਬ ਹੈ ਕਿ 18 ਤੱਕ ਇਹ ਪਹਿਲਾਂ ਤਰਸ ਦੇ ਆਧਾਰ ਦੇ ਉੱਤੇ ਨੌਕਰੀਆਂ ਮਿਲਦੀਆਂ ਰਹੀਆਂ ਜਾਂ ਅੱਜ ਕੋਈ ਖਾਸ ਲੋਕਾਂ ਨੂੰ ਮਿਲ ਰਹੀਆਂ ਨੇ? ਨਹੀਂ ਸਰ, 2010 ਤੋਂ ਬਾਅਦ ਇਹਨਾਂ ਨੇ ਪਾਰਟਿਕੂਲਰਲੀ ਜਿੰਨੇ ਵੀ ਬੰਦੇ ਹੈਗੇ ਨੇ ਸਾਰਿਆਂ ਨੂੰ ਜੋਬ ਦੇਣੀ ਸ਼ੁਰੂ ਕਰ ਦਿੱਤੀਆਂ, ਹੁਣ ਵੀ ਮਿਲ ਰਹੀਆਂ ਜਿਵੇਂ। ਸਿਰਫ ਇੱਕ ਟਾਈਮ ਸੀਗਾ ਜੀ 2000 ਸਨ ਤੋਂ ਲੈ ਕੇ 2010 ਦੇ ਵਿੱਚ ਇਹਨਾਂ ਨੂੰ ਹੀ ਬੰਦ ਕੀਤਾ ਸੀ ਇਹਨਾਂ ਨੇ ਸਰ ਪਾਰਟਿਕੂਲਰ, ਸਿਰਫ PSPCL ਵਾਲਿਆਂ ਨੂੰ। ਹਾਂਜੀ ਹਾਂਜੀ, ਬਾਕੀ ਸਰ ਅਸੀਂ ਕ੍ਰਾਈਟੇਰੀਆ ਨਹੀਂ ਦੇਖਿਆ ਵੀ ਕੀ ਹੋਏਗਾ, ਕਿਉਂਕਿ ਜਿਸ ਤਨ ਲੱਗੇ ਸੋ ਤਨ ਜਾਣੇ, ਉਹੀ ਗੱਲ ਹੋ ਜਾਂਦੀ ਹੈ ਵੀ ਸਾਡੇ ਨਾਲ ਬੀਤਦੀ ਪਈ ਸਾਨੂੰ ਇਸ ਆਪਦੇ ਮਤਲਬ ਡਿਪਾਰਟਮੈਂਟ ਦਾ ਪਤਾ। ਬਾਕੀ ਮੇਰੇ ਬਾਕੀ ਜਿਹੜੇ ਸਾਰੇ ਰਿਲੇਟਿਵ ਨੇ ਟੀਚਰ ਫੀਲਡ ਦੇ ਵਿੱਚ ਨੇ, ਉਹ ਟੀਚਰ ਮੇਰੇ ਹਿਸਾਬ ਨਾਲ ਤਾਂ ਅੱਜ ਤੱਕ ਇੱਕ ਦਿਨ ਵੀ ਨਹੀਂ ਹੋਇਆ ਟੀਚਰ ਫੀਲਡ ਹੋ ਗਿਆ ਜਾਂ ਪੁਲਿਸ ਡਿਪਾਰਟਮੈਂਟ ਫੀਲਡ ਹੋ ਗਿਆ ਇਹਨਾਂ ਦੀ ਕਦੇ ਜੋਬ ਬੰਦ ਹੋਈ ਹੋਵੇਗੀ। ਈਵਨ ਕਿ ਉਹਨਾਂ ਦਾ ਭੋਗ ਵੀ ਨਹੀਂ ਪੈਂਦਾ, ਉਹਨਾਂ ਦੇ ਫਾਦਰ ਸਾਹਿਬ ਦਾ ਉਹਨਾਂ ਨੂੰ ਜੋਬ ਮਿਲ ਜਾਂਦੀ ਹੈ ਜੀ। ਜਿਹੜੇ MLAs ਨੂੰ MP ਨੂੰ ਤੁਸੀਂ ਮਿਲੇ ਹੋ, ਚਿੱਠੀਆਂ ਦਿੱਤੀਆਂ ਨੇ, ਕਿਸੇ ਨੇ ਕੋਈ ਜਵਾਬ ਦਿੱਤਾ ਹੋਵੇ ਤੁਹਾਨੂੰ ਮਿਲ ਕੇ, ਕੋਈ ਜਵਾਬ ਦਿੱਤਾ ਹੋਵੇ, ਉਹ ਬਹਾਨਾ ਕੀ ਲਾਉਂਦੇ ਆ, ਕੀ ਕਹਿੰਦੇ ਆ ਇਹਦੇ 'ਚ? ਵੇਖੋ ਜੀ, ਅਸੀਂ MLA ਸਾਹਿਬ ਮਤਲਬ ਮੈਂ ਜੇ ਹਲਕਾ ਜਲਾਲਾਬਾਦ ਦੀ ਗੱਲ ਕਰਾਂ, ਰਮਿੰਦਰ ਸਿੰਘ ਆਵਲਾ ਜੀ ਨੇ, ਮੈਂ ਉਹਨਾਂ ਨੂੰ ਮਿਲਿਆ ਤਕਰੀਬਨ ਮੈਂ 5 ਵਾਰ ਮੰਗ ਪੱਤਰ ਦੇ ਕੇ ਆਇਆ ਜੀ। 5 ਵਾਰੀ ਮਤਲਬ ਮੰਗ ਪੱਤਰ ਦੇ ਕੇ ਆਇਆ। ਤੁਸੀਂ ਆਪਣਾ ਉਹ ਇੰਡੀਵਿਜੂਅਲ ਦਿੱਤਾ, ਕਰਨਪ੍ਰੀਤ ਉਹ ਇੰਡੀਵਿਜੂਅਲ ਦਿੱਤਾ ਜਾਂ ਜਥੇਬੰਦੀ ਦਾ? ਨਹੀਂ ਜੀ, ਸਾਡੀ ਪੂਰੀ ਜਥੇਬੰਦੀ ਦਾ ਮੰਗ ਪੱਤਰ ਹੁੰਦਾ ਸੀਗਾ, ਬਕਾਇਦਾ ਲੈਟਰ ਪੈਡ ਦੇ ਉੱਪਰ ਦੇ ਕੇ ਆਉਂਦੇ ਆ ਜੀ ਅਸੀਂ, ਠੀਕ ਹੈ ਜੀ। ਉਹਦਾ ਹਾਲੇ ਤੱਕ ਸਾਨੂੰ ਕੋਈ ਸੈਟਿਸਫਾਈ ਜਵਾਬ ਨਹੀਂ ਮਿਲਿਆ। ਉਸ ਤੋਂ ਬਾਅਦ ਅਸੀਂ ਗੁਰੂ ਅਸਥਾਈ ਹਲਕਾ ਵੀ ਸਾਡੇ ਉੱਥੇ ਫਾਜ਼ਿਲਕਾ ਏਰੀਏ ਦੇ ਨਾਲ ਹੀ ਪੈਂਦਾ ਜੀ, ਅਸੀਂ ਉੱਥੇ ਰਾਣਾ ਗੁਰਮੀਤ ਸਿੰਘ ਸੋਢੀ ਜੀ ਜਿਹੜੇ ਸਪੋਰਟਸ ਮਿਨਿਸਟਰ ਨੇ, ਅਸੀਂ ਉਹਨਾਂ ਨੂੰ ਜ਼ਿਆਦਾ ਮੰਗ ਪੱਤਰ ਦਿੱਤਾ ਹੈ ਜੀ। ਉਹਨਾਂ ਨੇ ਵੀ ਹਾਲੇ ਤੱਕ ਸਾਨੂੰ ਕੋਈ ਮਤਲਬ ਉਹਦਾ ਸੈਟਿਸਫੈਕਟਰੀ ਕੋਈ ਜਵਾਬ ਨਹੀਂ ਹੈਗਾ ਜੀ। ਈਵਨ ਕਿ ਪੰਜਾਬ ਦਾ ਕੋਈ MLA ਇਹੋ ਜਿਹਾ ਨਹੀਂ ਹੋਣਾ ਵੀ ਜਿਹਨੂੰ ਅਸੀਂ ਮੰਗ ਪੱਤਰ ਨਾ ਪਹੁੰਚਾਇਆ ਹੋਵੇਗਾ ਜੀ। ਅਪਰੋਚ ਕਰਨ ਤੱਕ ਸਾਡੀ ਅਪਰੋਚ ਇੱਥੇ ਤੱਕ ਕਿ ਅਸੀਂ ਆਦਾ ਪ੍ਰੋਟੈਸਟ ਇੱਥੇ ਤੱਕ ਲੈ ਗਏ ਹਾਂ ਕਿ ਸਾਡੀ ਕੈਪਟਨ CM ਸਾਹਿਬ ਨਾਲ ਇੱਕ ਵਾਰੀ ਮੀਟਿੰਗ ਕਰਵਾ ਦਿਓ, ਜੋ ਘੱਟੋ ਘੱਟ ਸਾਡੀ ਮੰਗ ਮੇਰੇ ਹਿਸਾਬ ਨਾਲ ਤਾਂ ਉਹਦੇ ਪੁੱਜਦੀ ਨਹੀਂ ਕਰਦੀ ਜੀ। ਅਸੀਂ BC ਵਿੰਗ ਦੇ ਸਾਡੇ ਚੇਅਰਮੈਨ ਸੀਗੇ ਉਹ ਜਲਾਲਾਬਾਦ ਤੋਂ ਸੀ, ਮੈਂ ਉਹਨਾਂ ਨੂੰ ਵੀ ਬਕਾਇਦਾ ਦਿੱਤਾ ਹੈ ਤੇ ਮੇਰੀ ਕੱਲ ਵੀ ਉਹਨਾਂ ਨਾਲ ਗੱਲ ਹੋਈ, ਕਹਿੰਦੇ ਅਸੀਂ ਮੰਗ ਪੱਤਰ ਦਿੱਤਾ ਹੈ। ਮੈਂ ਕਿਹਾ ਜੀ ਉਹਦਾ ਅੱਗੇ ਰਿਪਲਾਈ ਕੀ ਹੈ? ਉਹ ਕਹਿ ਰਹੇ ਸੀਗੇ ਜੀ ਵੀ ਵੇਖੋ ਨੈਕਸਟ ਮੀਟਿੰਗ ਤੇ ਮੈਂ ਜਦੋਂ ਮਿਲਾਂਗਾ ਮੈਂ ਤੁਹਾਨੂੰ ਰਿਪਲਾਈ ਲੈ ਕੇ ਦੇ ਦਾਂਗਾ। ਬਾਕੀ ਤਾਂ ਇਹੀ ਕਹਿ ਰਹੇ ਜੀ ਤੁਹਾਡਾ ਪ੍ਰੋਸੈਸ ਚੱਲ ਰਿਹਾ ਜੀ, ਤੁਹਾਡਾ ਪ੍ਰੋਸੈਸ ਚੱਲ ਰਿਹਾ ਜੀ, ਬਸ ਇਹੀ ਕਹਿੰਦੇ ਨੇ, ਬਾਕੀ ਕੁਝ ਨਹੀਂ ਕਹਿ ਰਹੇ। ਕਰਨਦੀਪ, ਜਿਹੜੀਆਂ PSPCL ਹੈ ਉਹਦੇ ਵਿੱਚ ਤਾਂ ਜਿਹੜੀਆਂ ਉਹਨਾਂ ਦੀਆਂ ਤਾਂ ਜਥੇਬੰਦੀਆਂ ਬੜੀਆਂ ਸਟਰੋਂਗ ਨੇ, ਜਿਹੜੇ ਅੰਦਰ ਕੰਮ ਕਰਨ ਵਾਲੇ ਆ, ਉਹ ਤੁਹਾਡੀ ਕੋਈ ਜਥੇਬੰਦੀ ਦੀ ਮਦਦ ਕਰ ਰਹੇ ਆ? ਕਿਉਂਕਿ ਅਜਿਹਾ ਹਾਦਸਾ ਤਾਂ ਉਹਨਾਂ ਦੇ ਨਾਲ ਵੀ ਕੱਲ ਨੂੰ ਵਾਪਰ ਸਕਦਾ। ਸਰ ਪਤਾ ਕੀ ਜੀ, ਜਥੇਬੰਦੀਆਂ ਜੇ ਸ਼ੁਰੂ ਤੋਂ ਸਾਡਾ ਸਾਥ ਦਿੰਦੀਆਂ ਤੇ ਸਾਨੂੰ ਅੱਜ ਦਿਨ ਹੀ ਨਾ ਦੇਖਣਾ ਪੈਂਦਾ। ਸਾਡੇ ਤੁਸੀਂ ਦੇਖੋ ਵੀ ਫਾਦਰ ਸਾਹਿਬ ਜਿਨ੍ਹਾਂ ਦੋਸਤਾਂ ਦੇ ਨਾਲ ਬਹਿ ਕੇ ਜੌਬ ਕਰਦੇ ਰਹੇ ਨੇ, ਜਿਨ੍ਹਾਂ ਦੇ ਪਰਿਵਾਰ ਵਾਸਤੇ ਉਹਨਾਂ ਨੇ ਆਪਦੇ ਕਈ ਸੈਕਰੀਫਾਈਸ ਵੀ ਕੀਤੇ ਨੇ, ਅੱਜ ਉਹ ਮਤਲਬ ਕਿ ਲੋਕਲ ਲੈਵਲ ਤੇ ਸਾਡੇ ਨਾਲ ਨਹੀਂ ਖੜਦੇ ਜਾ ਕੇ, ਉਹ ਤਾਂ ਕਹਿ ਦਿੰਦੇ ਜੀ ਕੋਈ ਨਹੀਂ ਹੋ ਜਾਏਗਾ, ਕੋਈ ਨਹੀਂ ਹੋ ਜਾਏਗਾ। ਤੁਸੀਂ ਦੇਖੋ 2005 ਦੇ ਵਿੱਚ ਮੇਰੀ ਏਜ 18 ਸਾਲ ਹੋਈ ਹੈ ਤੇ ਅੱਜ ਮੈਂ 32 ਸਾਲ ਦਾ ਜੀ। 14 ਸਾਲ ਮੇਰੇ
ਕਿਵੇਂ ਮੈਂ ਇਸ ਜਿਹੜੇ ਦੁੱਖ ਨੂੰ ਹੰਢਾਇਆ ਹੋਵੇਗਾ, ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ। ਫਾਦਰ ਸਾਹਿਬ ਦਾ ਦੁੱਖ ਸਹਿਣਾ, ਠੀਕ ਹੈ ਜੀ, ਉਸ ਤੋਂ ਬਾਅਦ ਮਦਰ ਦਾ ਬਿਮਾਰ ਹੋਣਾ, ਠੀਕ ਹੈ ਜੀ, ਤੇ ਉਸ ਤੋਂ ਬਾਅਦ ਘਰ ਦੇ ਹਾਲਾਤ ਅਸੀਂ ਜਾਣਦੇ ਵੀ ਕਿਹੜੇ ਕਿਹੜੇ ਤਾਨੇ ਮਿਹਨੇ ਤੋਂ ਸੁਣ ਕੇ ਅਸੀਂ ਇੱਥੇ ਅੱਜ ਤੱਕ, ਜੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਦਾ ਪਿਆ ਤੇ ਮੇਰੇ ਅੰਦਰ ਕੀ ਬੀਤਦੀ ਹੋਏਗੀ ਉਹ ਮੈਂ ਹੀ ਜਾਣਦਾ ਜੀ ਬਸ। ਸੋ ਤੁਸੀਂ ਇਹਨਾਂ ਜਿਹੜੀਆਂ ਜਥੇਬੰਦੀਆਂ ਨੇ, ਮੈਂ ਤਾਂ ਬਾਰ-ਬਾਰ ਕਹਿ ਰਿਹਾ, ਇਹ ਬੜੀਆਂ ਸਟਰੋਂਗ ਜਥੇਬੰਦੀਆਂ ਨੇ ਜਿਹੜੀਆਂ ਬਿਜਲੀ ਬੋਰਡ ਪਹਿਲਾਂ ਹੁੰਦਾ ਸੀਗਾ, ਅੱਜ ਕੱਲ੍ਹ ਉਹ PSPCL ਹੈ, ਉਹਦੇ ਅੰਦਰ ਜਿਹੜੀਆਂ ਲਾਈਨਮੈਨਾਂ ਦੀ ਬੜੀ ਸਟਰੋਂਗ ਜਥੇਬੰਦੀ ਆ, ਜਿਹੜੇ ਬਾਕੀ ਨੇ ਵੱਖ-ਵੱਖ ਅਹੁਦਿਆਂ ਤੇ ਉਹਨਾਂ ਬੜੇ ਸਟਰੋਂਗ ਜਥੇਬੰਦੀ, ਤੁਸੀਂ ਉਹਨਾਂ ਤੱਕ ਅਪਰੋਚ ਕੀਤੀ ਹੈ ਜਥੇਬੰਦੀ ਦੇ ਤੌਰ ਤੇ? ਮੇਜਰਲੀ ਸਾਰੀਆਂ ਜਥੇਬੰਦੀਆਂ ਤੱਕ ਅਪਰੋਚ ਕਰ ਚੁੱਕੇ ਹਾਂ ਜੀ, ਮੋਸਟਲੀ ਅਸੀਂ ਕਰ ਚੁੱਕੇ ਹਾਂ। ਈਵਨ ਕੀ ਕਰਦੇ ਨੇ ਜੀ, ਹੁਣ ਸਾਨੂੰ ਅਸੀਂ ਪਿੱਛੇ ਜੇ ਇੱਕ ਪ੍ਰੋਟੈਸਟ ਚਲਾਇਆ ਸੀਗਾ, ਈਵਨ ਕਿ ਜਥੇਬੰਦੀਆਂ ਕਹਿ ਰਹੀਆਂ ਸੀ ਕਿ ਅੰਦਰੋਂ ਆਵਾਜ਼ ਆ ਰਹੀ ਸੀਗੀ ਵੀ ਇਹਨਾਂ ਨੂੰ ਉਠਾਓ ਬਾਹਰੋਂ। ਅਸੀਂ ਪ੍ਰੋਟੈਸਟ ਕਰ ਰਹੇ ਸੀਗੇ ਵੀ ਇਹਨਾਂ ਨੂੰ ਕਹਿੰਦੇ ਸੀ ਬਾਹਰੋਂ ਉਠਾਓ ਕਿਵੇਂ ਕਰਕੇ। ਅਸੀਂ ਤਾਲਾਬੰਦੀ ਕਰ ਦਿੱਤੀ ਸੀ ਜੀ PSPCL ਦੇ ਪੂਰੇ ਤਿੰਨੋਂ ਗੇਟ, ਤੇ ਜਥੇਬੰਦੀਆਂ ਕਹਿੰਦੇ ਸੀ ਵੀ ਜੇ ਤੁਸੀਂ ਕਿ ਨਹੀਂ ਇਹਨਾਂ ਨੂੰ ਉਠਾ ਸਕਦੇ, ਅਸੀਂ ਜਾ ਕੇ ਇਹਨਾਂ ਨਾਲ ਗੱਲਬਾਤ ਕਰਨੀ ਹੈ ਜੀ। ਤੇ ਉਸ ਦਿਨ ਅਸੀਂ ਉਹਨਾਂ ਤੋਂ ਕੀ ਐਕਸਪੈਕਟੇਸ਼ਨ ਕਰ ਸਕਦੇ ਹਾਂ ਵੀ ਜੋ ਇੰਨੀ ਗੱਲ ਕਰਦੀਆਂ ਪਈਆਂ ਨੇ। ਤੁਸੀਂ ਕੀ ਕਾਰਨ ਸਮਝਦੇ ਹੋ ਵੈਸੇ ਇਹਦੇ ਪਿੱਛੇ, ਕਿ ਕੀ ਕਾਰਨ ਹੈ? ਕਿਉਂਕਿ ਜਿਵੇਂ ਮੈਂ ਕਿਹਾ ਕਿ ਹਾਦਸਾ ਤਾਂ ਉਹਨਾਂ ਦੇ ਨਾਲ ਵੀ ਕੱਲ ਨੂੰ ਵਾਪਰ ਸਕਦਾ, ਉਹ ਤੁਹਾਡਾ ਸਾਥ ਕਿਉਂ ਨਹੀਂ ਦੇ ਰਹੇ? ਸਰ ਮੇਜਰਲੀ ਜਾਂ ਤਾਂ ਸਿਸਟਮੈਟਿਕਲੀ ਹਾਲੇ ਤੱਕ ਮਤਲਬ ਕਿ ਉਹਨਾਂ ਨੂੰ ਤੱਕ ਸਾਡੀ ਉਸ ਵੇ ਨਾਲ ਅਪਰੋਚ ਨਹੀਂ ਹੋਈ, ਮੈਂ ਤਾਂ ਇੱਥੇ ਮੰਨਣਾ, ਤੇ ਜਾਂ ਉਹਨਾਂ ਦੇ ਮਨ ਦੇ ਵਿੱਚ ਇਹ ਹੈਗਾ ਵੀ ਨਹੀਂ ਮਤਲਬ ਅਸੀਂ ਕਰਨਾ ਨਹੀਂ ਚਾਹੁੰਦੇ, ਜਾਂ ਤਾਂ ਉਹ ਕਹਿੰਦੇ ਨੇ ਵੀ ਤੁਸੀਂ ਸਾਡੇ ਅੰਡਰ ਉਹ ਕਰੋ ਵੀ ਸਾਡੇ ਬੇਸ ਤੇ ਚੱਲੋ, ਤੇ ਅਸੀਂ ਮਤਲਬ ਕਿ ਜੇ ਉਸ ਬੇਸ ਤੇ ਵੇਟ ਕਰਨੀ ਤਾਂ ਘੱਟੋ ਘੱਟ ਸਾਨੂੰ ਇਹ ਪਤਾ ਵੀ ਇਲੈਕਸ਼ਨ ਵਰਾ ਜੇ ਅਸੀਂ ਕੰਮ ਨਹੀਂ ਬਣਦਾ ਤੇ ਘੱਟੋ ਘੱਟ 5-7 ਸਾਲ ਸਾਨੂੰ ਹੋਰ ਵੇਟ ਕਰਨੀ ਪੈਣੀ, ਉਨੀ ਤੇ ਅਸੀਂ ਵੈਸੇ ਹੀ ਓਵਰ ਏਜ ਹੋ ਜਾਵਾਂਗੇ। ਕਿੰਨੀ ਏਜ ਤੱਕ ਤੁਹਾਨੂੰ ਭਰਤੀ ਕਰ ਸਕਦੇ ਆ? ਤੁਸੀਂ ਜਿਵੇਂ ਕਿਹਾ ਤੁਸੀਂ ਤਾਂ 32 ਦੇ ਹੋ ਗਏ ਹੁਣ। ਇਹ ਵੈਸੇ ਤਾਂ 37 ਈਅਰ ਜਨਰਲ ਕਾਸਟ ਵਾਸਤੇ ਹੁੰਦੀ ਹੈ ਜੀ, ਬਾਕੀ ਰਿਲੈਕਸੇਸ਼ਨ ਜਿਵੇਂ ਹੁੰਦੀ ਹੈ 5 ਈਅਰ SABC ਨੂੰ ਹੁੰਦੀ ਹੈ ਜੀ। ਉਸ ਤੋਂ ਇਲਾਵਾ ਇਹ ਹੈਗਾ ਜੀ ਕਿ ਆਪਣੀ ਜਿਹੜੀ ਰਿਲੈਕਸੇਸ਼ਨ ਤੋਂ ਬਾਅਦ ਇਹ ਕਈ ਵਾਰੀ ਹੈਗਾ ਜੀ, ਜਿਵੇਂ ਪਿੱਛੇ ਲਾਈਨਮੈਨ ਭਰਤੀ ਕੀਤੇ ਸੀਗੇ, ਉਹਨਾਂ ਨੇ ਆਦਾ ਪ੍ਰੋਟੈਸਟ ਮਤਲਬ ਇਹ ਸਟਰੋਂਗਲੀ ਕੀਤਾ ਸੀਗਾ ਬਲਕੌਰ ਮਾਨ ਜੀ ਨੇ, ਉਹ 42 ਤੱਕ ਵੀ ਲੈ ਗਏ ਸੀਗੇ। ਤੇ ਸਾਨੂੰ ਉਮੀਦ ਹੈਗੀ ਜੇ ਕੱਲ ਨੂੰ ਸਾਨੂੰ, ਕਿਉਂਕਿ ਅਸੀਂ ਤਾਂ ਪੁਰਾਣੇ ਕੇਸ ਵਾਲੇ, ਸਾਨੂੰ 42-45 ਤੱਕ ਰਿਲੈਕਸੇਸ਼ਨ ਮਿਲਣੀ ਚਾਹੀਦੀ ਹੈ ਜੀ। ਕਰਨਦੀਪ, ਲਾਈਨਮੈਨਾਂ ਦੀਆਂ ਭਰਤੀਆਂ ਤਾਂ ਫੇਰ ਹੋਣੀਆਂ ਨੇ ਹੁਣ PSPCL ਦੇ ਵਿੱਚ, ਜੇ ਉੱਥੇ ਤੁਸੀਂ ਅਪਲਾਈ ਕਰਦੇ ਹੋ ਤੇ ਇਹਦੇ ਤੁਹਾਨੂੰ ਕੋਈ ਪੁਆਇੰਟ ਮਿਲਦੇ ਨੇ? ਤੁਹਾਨੂੰ ਇਹ ਤਰਸ ਦੇ ਆਧਾਰ ਦੇ ਉੱਤੇ ਕੋਈ ਪੁਆਇੰਟ ਦੇ ਰਹੇ ਨੇ? ਸਰ ਕਲਰਕ ਦੀ ਵੀ ਜੌਬ ਨਿਕਲਦੀ ਹੈ, ਮੈਂ ਤੁਹਾਨੂੰ ਦੱਸਿਆ ਵੀ ਮੈਂ ਜਿਹੜੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ, ਮੇਰੇ ਨਾਲ ਵੀ ਅਸੀਂ ਮਤਲਬ ਕਿ ਫੋਰਮ ਵੀ ਫਿਲ ਕੀਤੇ ਹੋਏ ਨੇ ਅਸੀਂ ਇਹ ਨਹੀਂ ਵੀ ਅਸੀਂ ਆਦਾ ਦੂਸਰੇ ਪਾਸੋਂ ਵੀ ਨਹੀਂ ਤਰੀਕਾ ਬਣਾ ਰਹੇ ਵੀ ਸਾਨੂੰ ਬੰਦਾ ਹੱਥ ਦਾ ਹਰੇਕ ਪਾਸੇ ਮਾਰਦਾ ਜੀ, ਸਾਨੂੰ ਉਹਦੇ ਵਿੱਚੋਂ ਕੋਈ ਐਕਸਟਰਾ ਬੈਨੀਫਿਟ ਨਹੀਂ ਹੈਗਾ, ਕੋਈ ਪੁਆਇੰਟ ਨਹੀਂ ਮਿਲਦਾ, ਕੋਈ ਕੁਛ ਨਹੀਂ ਮਿਲਦਾ ਜੀ। ਮੈਂ ਵੱਖੋ ਵੱਖਰੀਆਂ ਜਿਹੜੀਆਂ ਜਥੇਬੰਦੀਆਂ ਨੇ, ਉਹ ਪਟਵਾਰ ਯੂਨੀਅਨ ਵੀ ਹੈ, ਉਹਦੇ 'ਚ ਵੋਕੇਸ਼ਨਲ ਟੀਚਰਸ ਵੀ ਹੈਗੇ ਨੇ, ਮੈਰੀਟੋਰੀਅਸ ਵਾਲੇ ਵੀ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਉਹ ਕੀਤੀ ਆ। ਤੋ ਇਹ ਜਿੰਨੀਆਂ ਜਥੇਬੰਦੀਆਂ ਜਿਹੜੀਆਂ ਵਿਚਰਦੀਆਂ ਨੇ, ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤੁਸੀਂ ਕੀ ਅਪੀਲ ਉਹਨਾਂ ਨੂੰ ਕਰਨੀ ਚਾਹੁੰਦੇ ਹੋ ਤਾਂ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੀ ਮਦਦ ਕਰਨ, ਤੁਹਾਡਾ ਜਿਹੜਾ ਇਹ ਮੈਸੇਜ ਹੈ ਉਹ ਸਟਰੋਂਗ ਹੋਵੇ? ਕਿਉਂਕਿ ਤੁਸੀਂ ਗੱਲ ਕਹਿ ਰਹੇ ਹੋ ਕਿ ਅਸੀਂ ਟੈਂਕੀ ਵਾਲੇ ਦੇ ਤੌਰ ਤੇ ਜਾਣੇ ਜਾਂਦੇ ਆ, ਪਰ ਜੇ ਆਪਾਂ ਖਬਰਾਂ ਦੇ ਰੂਪ ਦੇ ਵਿੱਚ ਗੱਲ ਕਰੀਏ ਤਾਂ ਉਨੀਆਂ ਖਬਰਾਂ ਤੁਹਾਨੂੰ ਮਿਲ ਨਹੀਂ ਰਹੀਆਂ। ਕਿਉਂ ਇਹ ਦੱਬਿਆ ਜਾ ਰਿਹਾ? ਕਿਉਂਕਿ ਤਰਸ ਦੇ ਆਧਾਰ ਦੇ ਉੱਤੇ ਇਹ ਗੱਲ ਤਾਂ ਬਹੁਤ ਉੱਭਰਵੇਂ ਤੌਰ ਦੇ ਉੱਤੇ ਪੇਸ਼ ਹੋਣੀ ਚਾਹੀਦੀ ਸੀਗੀ, ਕਿਉਂਕਿ ਇਹ ਪਰਿਵਾਰਾਂ ਦੀ ਬਾਂਹ ਜੇ ਸਰਕਾਰ ਨਹੀਂ ਫੜਦੀ, ਜਿਹੜੇ ਕਿ ਸਰਕਾਰੀ ਨੌਕਰੀ ਦੇ ਉੱਤੇ ਰਹਿੰਦੇ ਆ, ਉਹਨਾਂ ਦੀ ਡੈਥ ਹੋਈ ਆ ਕਿਸੇ ਹਾਦਸੇ ਦੇ ਵਿੱਚ, ਤੇ ਫਿਰ ਹੋਰ ਕੌਣ ਜਿਹੜਾ ਉਹ ਫੜੂਗਾ? ਕੀ ਉਹਨਾਂ ਨੂੰ ਅਪੀਲ ਕੀ ਕਰਨੀ ਚਾਹੁੰਦੇ ਹੋ ਤੁਸੀਂ, ਜਿਹੜੀਆਂ ਜਥੇਬੰਦੀਆਂ ਇਸ ਵੇਲੇ ਸੰਘਰਸ਼ ਦੇ ਵਿੱਚ ਨੇ? ETT ਨੇ, ਟੈਟ ਪਾਸ ਨੇ, ਇੰਨਾ ਸੰਘਰਸ਼ ਹੋ ਰਿਹਾ ਰੋਜ਼ ਇੱਥੇ ਪਟਿਆਲੇ ਦੇ ਵਿੱਚ, ਕਿਸੇ ਨਾ ਕਿਸੇ ਨੂੰ ਪੁਲਿਸ ਜਿਹੜੀ ਆ ਉਹ ਡੰਡਾ ਦਾਨ ਦੇ ਰਹੀ ਹੁੰਦੀ ਹੈ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਸਰ ਇੱਥੇ ਮੈਂ ਨਾ ਪਿੱਛੇ ਜੇ ਮੇਰੀ ਬੋਰਡ ਨਾਲ ਇੱਕ ਮੀਟਿੰਗ ਹੋਈ ਸੀਗੀ, ਉਹਨਾਂ ਨੇ ਪਤਾ ਕੀ ਕਿਹਾ ਸੀਗਾ, ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਵੀ ਪੰਜਾਬ ਜਿਹੜਾ ਸੂਬਾ ਇਹ, ਉਹ ਪੰਜਾਬ ਸੂਬੇ ਨੂੰ ਛੱਡ ਕੇ ਨਾ ਪ੍ਰੋਟੈਸਟ ਸੂਬਾ ਬਣ ਜਾਏਗਾ ਹੁਣ, ਪ੍ਰੋਟੈਸਟ। ਕਿਉਂਕਿ ਵੇਖੋ ਬੰਦੇ ਨੇ ਪੜ੍ਹ ਲਿਆ ਜੀ, ਬੰਦਾ ਕਿਉਂ ਪੜ੍ਹਦਾ ਜੀ? ਮੈਂ ਕੱਲ ਨੂੰ ਆਪਦਾ ਫਿਊਚਰ ਸਿਕਿਉਰ ਕਰਾਂਗਾ, ਠੀਕ ਹੈ ਜੀ। ਉਸ ਤੋਂ ਬਾਅਦ ਵਿਚਾਰਾ 5 ਸਾਲ ਤਾਂ ਇਹੀ ਵੇਟ, ਪਹਿਲੀ ਗੱਲ ਤਾਂ ਸਰਕਾਰਾਂ ਵੱਲੋਂ ਪੋਸਟਾਂ ਹੀ ਨਹੀਂ ਕੱਢੀਆਂ ਜਾਂਦੀਆਂ, ਜਦੋਂ ਆਉਂਦੀਆਂ ਨੇ ਕੋਈ ਟੈਂਕੀ ਤੇ ਚੜ੍ਹ ਜਾਓ, ਕੋਈ ਟਾਵਰ ਤੇ ਚੜ੍ਹ ਜਾਓ ਜੀ। ਮੈਂ ਤਾਂ ਜਥੇਬੰਦੀਆਂ ਤੋਂ ਇਹ ਮੰਗ ਕਰਾਂਗਾ ਵੀ ਤੁਸੀਂ ਤਾਂ ਆਪਦੀ ਆਵਾਜ਼ ਬੁਲੰਦ ਕਰ ਰਹੇ ਹੋ, ਨਾਲੇ ਸਾਡੀ ਜਿਹੜੀ ਹੈਗੀ, ਅਸੀਂ ਤਾਂ ਤਰਸਦਾਰੀ ਹਾਂ, ਅਸੀਂ ਤਾਂ ਹਰੇਕ ਦੇ ਅੱਗੇ ਇੱਕ ਹਿਸਾਬ ਦਾ ਭੀਖ ਮੰਗਣ ਵਾਲੀ ਗੱਲ ਏ। ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡਾ ਵੀ ਸਾਥ ਦਿਓ, ਸਾਡੀ ਵੀ ਜਿਹੜੀ ਰਿਕਮੈਂਡ ਹੈ
ਉਹ ਸਰਕਾਰ ਤੱਕ ਤੁਹਾਡੀ ਆਵਾਜ਼ ਜੇ ਪਹੁੰਚਦੀ ਹੈ ਜਾਂ ਤੁਹਾਡੇ ਜਥੇਬੰਦੀ ਦੇ ਥਰੂ ਪਹੁੰਚਦੀ ਹੈ ਤਾਂ ਜ਼ਰੂਰ ਪਹੁੰਚਾਉਣ ਦੀ ਸਾਡੀ ਅਸੀਂ ਤਾਂ ਨਿਵੇਦਨ ਹੀ ਕਰ ਸਕਦੇ ਹਾਂ, ਬੇਨਤੀ ਕਰ ਸਕਦੇ ਹਾਂ ਜੀ। ਤੇ ਅਸੀਂ ਇਹੀ ਹੱਥ ਜੋੜ ਕੇ ਸਾਰੀ ਯੂਨੀਅਨ ਵੱਲੋਂ ਬੇਨਤੀ ਕਰਦੇ ਹਾਂ ਵੀ ਸਾਡੀ ਆਵਾਜ਼ ਵੀ ਪਲੀਜ਼ ਸਰਕਾਰ ਤੱਕ ਪਹੁੰਚਾਓ ਕਿ ਇਹ ਤਰਸਦਾਰੀਏ ਨੇ, ਇਹਨਾਂ ਦੇ ਪਰਿਵਾਰ ਰੋਲੇ ਪਏ ਨੇ, ਇਹਨਾਂ ਕੋਲ ਰੋਜ਼ੀ ਨਹੀਂ ਹੈਗੀ। ਇਵਨ ਕਿ ਕੱਲ ਤਾਂ ਪ੍ਰੋਟੈਸਟ ਇੰਨਾ ਸਟਰੋਂਗ ਸੀਗਾ ਕਿ ਸਾਡੇ ਵਿੱਚੋਂ 10 ਬੰਦੇ ਆ ਜਿਸ ਜਿਹੜੇ ਨਹਿਰ 'ਚ ਛਾਲ ਮਾਰਨ ਨੂੰ ਤਿਆਰ ਹੋ ਗਏ ਸੀਗੇ। ਪੁਲਿਸ ਨਾਲ ਵੀ ਉਹਨਾਂ ਦੀ ਉੱਥੇ ਤੂੰ ਮੈਂ ਹੋਈ ਵੀ ਤੁਸੀਂ ਸਾਡੇ ਤੇ ਲਾਰਾ ਲਾ ਦਿਓ, ਸਾਡਾ ਤਾਂ ਮਰਨ ਦਾ ਵਕਤ ਆਇਆ ਪਿਆ, ਅਸੀਂ ਜਾਂਦੇ ਹਾਂ ਨਹਿਰ ਵੱਲੇ। ਪਰ ਅਸੀਂ ਉਹਨਾਂ ਨੂੰ ਖਿੱਚ ਕੇ ਆਦਾ ਜਿਹੜਾ ਬਤੌਰ ਮਤਲਬ ਪ੍ਰਧਾਨ ਨੂੰ ਕਹਿ ਕੇ ਵੀ ਇਹਨੂੰ ਰੋਕੋ ਯਾਰ, ਵੀ ਇਹ ਕੰਮ ਗਲਤ ਹੈ, ਵੀ ਆਪਣੇ ਪਰਿਵਾਰ ਨੇ ਅਸੀਂ ਆਦੇ ਆਪ ਨੂੰ ਇਹ ਜਿਹੜੀ ਜਥੇਬੰਦੀ ਆਦਾ ਇੱਕ ਪਰਿਵਾਰ ਹੀ ਮੰਨਦੇ ਆ ਤੇ ਅਸੀਂ ਪਰਿਵਾਰ ਦੇ ਬੇਸ ਹੀ ਲੈ ਕੇ ਚੱਲਦੇ ਹਾਂ ਇਹਨਾਂ ਨੂੰ ਸਾਰਿਆਂ ਨੂੰ। ਤਾਂ ਅਸੀਂ ਉਹਨਾਂ ਨੂੰ ਰੋਕਿਆ ਬੜੇ ਇਹ ਗੱਲ ਠੀਕ ਹੈ ਤੁਹਾਡੀ। ਇਉਂ ਤਾਂ ਨਾ ਕਰਨਾ, ਇਹ ਤਾਂ ਕੋਈ ਤਰੀਕਾ ਨਹੀਂਗਾ। ਤੁਸੀਂ ਲੜਦੇ ਰਹੋ, ਤੁਸੀਂ ਸੰਘਰਸ਼ ਕਰੋ ਔਰ ਜਿੱਥੇ ਤੱਕ ਜ਼ਰੂਰਤ ਹੈ ਤੁਹਾਡਾ ਮੈਸੇਜ ਵੀ ਤਾਂ ਸਟਰੋਂਗਲੀ ਪਹੁੰਚੂਗਾ ਵੱਡੇ ਪੱਧਰ ਦੇ ਉੱਤੇ। ਕਿੰਨੇ ਕੁ ਜ਼ਿਲ੍ਹਿਆਂ ਦੇ ਇਹ ਹੈਗੇ ਨੇ ਤੁਹਾਡੇ ਨਾਲ ਜਿਹੜੇ ਮੈਂਬਰ ਤੁਹਾਡੀ ਜਥੇਬੰਦੀ ਦੇ ਜਿਹੜੇ ਪੀੜਤ ਨੇ? ਮੈਂ ਕਹੂੰਗਾ ਸਰ ਸਾਡੇ ਆਲ ਓਵਰ ਪੰਜਾਬ ਦੇ ਹੀ ਹੈਗੇ ਨੇ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਉਸ ਤੋਂ ਇਲਾਵਾ ਵੀ ਜਿਹੜੇ ਵੀ ਬਠਿੰਡਾ ਹੋ ਗਿਆ, ਆਲਮੋਸਟ ਜੋ ਮਰਜ਼ੀ ਕਹਿ ਲਓ ਜੀ, ਆਲ ਓਵਰ ਪੰਜਾਬ 'ਚ ਬੰਦੇ ਸਾਡੇ ਨਾਲ ਜੁੜੇ ਹੋਏ ਨੇ ਜੀ। ਹਰੇਕ ਜ਼ਿਲ੍ਹੇ ਦਾ ਅਲੱਗ ਪ੍ਰਧਾਨ ਬਣਾਇਆ ਹੈ ਜੀ ਅਸੀਂ, ਫਿਰ ਅੱਗੇ ਡਿਵੀਜ਼ਨ ਪ੍ਰਧਾਨ ਬਣਾਇਆ ਜੀ, ਸਰਕਲ ਪ੍ਰਧਾਨ ਬਣਾਏ ਨੇ, ਬਕਾਇਦਾ ਸਾਰੀ ਯੂਨੀਅਨ ਹੀ ਕੰਮ ਕਰਦੀ ਉਸ ਕੇਸ ਤੇ। ਹੋਪ ਕਿ ਇਹ ਜਿਹੜੀ ਤੁਸੀਂ ਦੱਸਿਆ ਵਿਸਥਾਰ ਦੇ ਵਿੱਚ ਇਹ ਸੁਨੇਹਾ ਸਰਕਾਰ ਤੱਕ ਪਹੁੰਚੂਗਾ। ਇਹ ਗੱਲ ਤੁਹਾਡੀ ਠੀਕ ਹੈ ਕਿ ਉਹਨਾਂ ਤੱਕ ਪਹੁੰਚਣ ਹੀ ਨਹੀਂ ਦਿੱਤੀ ਜਾ ਰਹੀ, ਜਿਹੜੀ ਉਹ ਗੱਲ ਜਿਹੜੇ ਸਲਾਹਕਾਰ ਨੇ ਉਹ ਹੀ ਪਹੁੰਚਣ ਨਹੀਂ ਦੇ ਰਹੇ। ਔਰ ਉਮੀਦ ਜਿਹੜੀ ਇਸ ਤਰ੍ਹਾਂ ਦੀ ਹੈ ਕਿ ਜੇ ਤੁਸੀਂ ਜਿਹੜੇ ਲਾਈਨ ਦੇ ਉੱਤੇ ਲੀਗਲੀ ਖੜ ਨਹੀਂ ਸਕਦੇ, ਉਹ ਉੱਥੇ ਖੜੇ ਨੇ ਆ ਕੇ ਟ੍ਰੇਨ ਥੱਲੇ ਦੇ ਦਿੰਦੀ ਆ, ਉਹਨਾਂ ਨੂੰ ਤੁਸੀਂ ਤਰਸ ਦੇ ਆਧਾਰ ਦੇ ਉੱਤੇ ਨੌਕਰੀਆਂ ਦੇ ਰਹੇ ਹੋ, ਜਿਹੜੇ ਕਿ ਡਿਜ਼ਰਵ ਹੀ ਨਹੀਂ ਕਰਦੇ। ਮੇਰੀ ਚਾਚੇ ਡਿਜ਼ਰਵ ਨਹੀਂ ਕਰਦੇ, ਕਿਸੇ ਨੂੰ ਮਾੜਾ ਲੱਗੇ ਚੰਗਾ ਲੱਗੇ, ਜਿਹੜੇ ਡਿਜ਼ਰਵ ਕਰਦੇ ਨੇ, ਜਿਨ੍ਹਾਂ ਨੂੰ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਮਿਲਣੀ ਚਾਹੀਦੀ ਹੈ, ਉਹ ਇੰਨੇ ਸਾਲਾਂ ਤੋਂ ਖੱਜਲ ਹੋ ਰਹੇ ਆ। ਕੈਸੀ ਸਿਆਸਤ ਤੁਸੀਂ ਜਿਹੜੀ ਇਹ ਕਰ ਰਹੇ ਹੋ ਕਿ ਕੀ ਇਹ ਵੋਟ ਤੁਹਾਡੇ ਵੋਟਰ ਨਹੀਂ ਗੇ, ਤੁਹਾਡਾ ਇਹ ਵੋਟ ਬੈਂਕ ਨਹੀਂ ਗੇ? ਤੁਸੀਂ ਉਹ ਟ੍ਰੇਨ ਦੇ ਹੇਠਾਂ ਜਿਹੜਾ ਕੱਟ ਕੇ ਮਾਰੇ ਗਏ ਲੋਕ, ਜਿਨ੍ਹਾਂ ਨੂੰ ਕਿ ਲਾਈਨ ਦੇ ਉੱਤੇ ਖੜੋਣਾ ਹੀ ਨਹੀਂ ਚਾਹੀਦਾ, ਲਾਈਨ ਦੇ ਉੱਤੇ ਲੀਗਲੀ ਖੜੋਤਾ ਨਹੀਂ ਜਾ ਸਕਦਾ, ਟ੍ਰੇਨ ਆ ਗਈ ਉਹਦੇ ਥੱਲੇ ਆ ਗਏ, ਉਹਨਾਂ ਨੂੰ ਤੁਸੀਂ ਨੌਕਰੀਆਂ, ਮੇਰਾ ਖਿਆਲ ਉਹਨਾਂ ਨੂੰ ਸਰਟੀਫਿਕੇਟ ਵੀ ਵੰਡਦੇ ਆ ਪਿਛਲੇ ਦਿਨਾਂ ਦੇ ਵਿੱਚ। ਔਰ ਇਹ ਤੁਸੀਂ ਕਿੰਨੇ ਸਾਲਾਂ ਤੋਂ ਤੁਸੀਂ ਦੱਸ ਰਹੇ ਹੋ ਕਿ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ। ਹੋਪਫੁਲੀ ਕਰਨਦੀਪ ਤੁਸੀਂ ਇਸ ਪੱਖੋਂ ਤਕੜੇ ਰਹਿਣਾ, ਕੋਈ ਗੱਲ ਨਹੀਂ ਐਡੀ ਛਾਲ ਛੂਲ ਮਾਰਨ ਵਾਲੀ ਜਿਹੜੀ ਉਹ ਗੱਲ ਨਾ ਕਰਨੀ, ਤਕੜੇ ਹੋ ਕੇ ਸੰਘਰਸ਼ ਕਰਨਾ। ਤੁਹਾਡਾ ਮੈਸੇਜ ਜਿਹੜਾ ਜੀ ਉਹ ਜ਼ਰੂਰ ਸਟਰੋਂਗਲੀ ਉਹ ਪਹੁੰਚੂਗਾ। ਧੰਨਵਾਦ। ਠੀਕ ਹੈ, ਥੈਂਕ ਯੂ ਸਰ, ਥੈਂਕਸ ਅ ਲੋਟ, ਥੈਂਕ ਯੂ।